ਤੁਹਾਨੂੰ ਇੱਕ ਵਾਰ ਦੱਸ ਦਈਏ ਕਿ ਪੰਜਾਬ ਜਿਹੜਾ ਸੀਗਾ ਕਰਫਿਊ ਦੀ ਚਪੇਟ ਵਿੱਚ ਹੀ ਆ ਗਿਆ ਸੀਗਾ, ਜਿਹਦੇ ਚਲਦੇ ਲੋਕਡਾਊਨ ਕੀਤਾ ਗਿਆ ਸੀਗਾ ਤੇ ਲੋਕ ਜਿਹੜੇ ਸਨ ਉਹ ਘਰਾਂ ਦੇ ਵਿੱਚ ਰਹੇ ਸਨ ਤੇ ਜਿਹੜੇ ਸਕੂਲ ਦੇ ਬੱਚੇ ਸਨ ਉਹ ਵੀ ਘਰਾਂ ਦੇ ਵਿੱਚ ਸਨ। ਲੇਕਿਨ ਗੱਲ ਕੀਤੀ ਜਾਵੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਜੀ ਦੀ, ਉਹਨਾਂ ਨੇ ਵੀ ਆਪਣੇ ਫੇਸਬੁੱਕ ਤੇ ਕਾਫੀ ਪੋਸਟਾਂ ਜਿਹੜੀਆਂ ਸੀਗੀਆਂ ਪਾਈਆਂ ਸੀਗੀਆਂ ਕਿ ਸਕੂਲ ਜਿਹੜੀ ਫੀਸ ਹੈ ਮਾफ़ ਕਰ ਦਿੱਤੀ ਜਾਊਗੀ। ਲੇਕਿਨ ਕਿਤੇ ਨਾ ਕਿਤੇ ਉਹ ਜਿਹੜੀ ਫੀਸ ਜਿਹੜੇ ਵੀਡੀਓ ਸੀਗੀ ਉਹ ਵੀ ਕਿਤੇ ਨਾ ਕਿਤੇ ਫੇਸਬੁੱਕ ਪੇਜ 'ਚੋਂ ਗੈਪ ਹੁੰਦੀਆਂ ਚਲੇ ਗਈਆਂ। ਲੇਕਿਨ ਵਿਜੇ ਇੰਦਰ ਸਿੰਗਲਾ ਵੱਲੋਂ ਕਿਹਾ ਗਿਆ ਕਿ 70% ਫੀਸ ਜਿਹੜੀ ਹੈਗੀ ਟਿਊਸ਼ਨ ਫੀਸ ਦੇਣੀ ਪਊਗੀ। ਲੇਕਿਨ ਇਸ ਸਾਰੀ ਚਰਚਾ ਦੇ ਵਿੱਚ ਸਾਡੇ ਨਾਲ ਵਕੀਲ ਹੈਗੇ ਨੇ ਗੌਰਵ ਅਰੋੜਾ ਜੀ, ਜਿਹੜੇ ਲੁਧਿਆਣਾ ਦੇ ਵਕੀਲ ਹੈਗੇ ਨੇ, ਹਾਈ ਕੋਰਟ 'ਚ ਵੀ ਵਕਾਲਤ ਕਰਦੇ ਨੇ। ਗੱਲਬਾਤ ਕਰਦੇ ਹਾਂ। ਗੌਰਵ ਜੀ, ਪਹਿਲੇ ਤਾਂ ਮੰਤਰੀ ਸਾਹਿਬ ਵੱਲੋਂ ਕਿਹਾ ਜਾਂਦਾ ਕਿ ਸਕੂਲ ਦੀ ਫੀਸਾਂ ਦੇ ਵਿੱਚ ਰਾਹਤ ਦਿੱਤੀ ਜਾਊਗੀ। 2 ਮਹੀਨੇ ਲੋਕਡਾਊਨ ਰਹਿੰਦਾ, ਕਰਫਿਊ ਰਹਿੰਦਾ, ਲੋਕ ਘਰਾਂ ਦੇ ਵਿੱਚ ਰਹਿੰਦੇ, ਬੱਚੇ ਵੀ ਘਰਾਂ ਦੇ ਵਿੱਚ ਰਹਿੰਦੇ, ਖਾਣ ਨੂੰ ਤਾਂ ਖਾਣਾ ਨਹੀਂ ਸੀਗਾ ਤੇ ਫੀਸਾਂ ਕਿੱਥੋਂ ਦੇਣਗੇ? 70% ਦਾ ਕੀ ਮੁੱਦਾ ਕੀ ਹੈ? ਸਭ ਤੋਂ ਪਹਿਲਾਂ ਤਾਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਦੇਖੋ, ਜਦੋਂ ਲੋਕਡਾਊਨ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਤਾਂ ਇੱਕ ਵਿਜੇ ਇੰਦਰ ਸਿੰਗਲਾ ਜੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਤੁਹਾਨੂੰ ਸਾਰੀ ਪ੍ਰੈਸ ਨੂੰ ਇਹ ਬਿਆਨ ਜਾਰੀ ਕੀਤਾ ਗਿਆ ਸੀ। ਉਸ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਸਕੂਲ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ, ਉਹ ਲੋਕਡਾਊਨ ਦੇ ਦੌਰਾਨ ਜਿਹੜਾ ਵਾ ਕੋਈ ਫੀਸ ਨਹੀਂ ਲੈ ਸਕਦਾ। ਇੱਥੋਂ ਤੱਕ ਬੋਲ ਕੇ ਉਹ ਚੁੱਪ ਹੋ ਜਾਂਦੇ ਨੇ ਔਰ ਇਹ ਨਹੀਂ ਕਲੀਅਰ ਕਰਦੇ ਕਿ ਬਾਅਦ 'ਚੋਂ ਫੀਸ ਲਿੱਤੀ ਜਾ ਸਕਦੀ ਹੈ ਕਿ ਨਹੀਂ ਲਿੱਤੀ ਜਾ ਸਕਦੀ। ਮੁੱਦਾ ਚੱਲਦਾ ਆ, ਅੱਗੇ ਜਾਂਦਾ ਆ। ਫਿਰ ਇੱਕੋ ਦਮ ਵਿਜੇ ਇੰਦਰ ਸਿੰਗਲਾ ਜੀ ਦਾ ਇੱਕ ਬਿਆਨ ਆਉਂਦਾ ਆ ਕਿ ਜਿਹੜੇ ਸਕੂਲ ਨੇ ਉਹ ਸਿਰਫ ਆਨਲਾਈਨ ਜਿਹੜੇ ਸਟੱਡੀ ਕਰਵਾ ਰਹੇ ਨੇ ਤਾਂ ਆਨਲਾਈਨ ਫੀਸ ਲੈ ਸਕਦੇ ਨੇ। ਉਸ ਤੋਂ ਬਾਅਦ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਹੈ ਜਿਹੜੀ ਉਹ ਹਾਈ ਕੋਰਟ ਦਾ ਰੁਖ ਕਰਦੀ ਹੈ। ਪਹਿਲਾਂ ਤਾਂ ਮੈਂ ਇੱਕ ਸਿੰਪਲ ਤੁਹਾਨੂੰ ਦੱਸ ਦੇਵਾਂ ਕਿ ਇਹਦੇ ਵਾਸਤੇ ਇੱਕ ਪਿਛਲੀ ਵਾਰ ਵੀ 2009 ਜਾਂ 2010 ਦੀ ਗੱਲ ਹੋਏਗੀ, ਇੱਕ ਪੇਰੈਂਟਸ ਐਸੋਸੀਏਸ਼ਨਸ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ। ਉਦੋਂ ਇੱਕ ਐਕਟ ਹਾਈ ਕੋਰਟ ਦੇ ਆਰਡਰਸ ਤੋਂ ਬਾਅਦ ਬਣਾ ਦਿੱਤਾ ਗਿਆ ਸੀਗਾ, ਜਿਹੜਾ ਫੀਸ ਰੈਗੂਲੇਸ਼ਨ ਐਕਟ ਸੀ, ਜਿਹੜਾ ਫੀਸਿਸ ਨੂੰ ਕੰਟਰੋਲ ਕਰਦਾ ਹੈ। ਅਗਰ ਮੈਂ ਉਸ ਐਕਟ ਦੀ ਗੱਲ ਕਰਾਂ ਤਾਂ, ਅਗਰ ਮੈਂ ਸਿਰਫ ਐਕਟ ਬਾਰੇ ਹੀ ਬੋਲਾਂ ਤਾਂ, ਸਰਕਾਰ ਜਿਹੜੀ ਆ ਉਹ ਪ੍ਰਾਈਵੇਟ ਸਕੂਲਾਂ ਜਾਂ ਚੈਰੀਟੇਬਲ ਸਕੂਲਸ ਨੇ ਉਹਨਾਂ ਦੇ ਫੀਸਿਸ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ। ਲੇਕਿਨ ਮੈਂ ਐਪਰੀਸ਼ੀਏਟ ਕਰਦਾ ਕਿ ਗਵਰਨਮੈਂਟ ਨੇ ਥੋੜ੍ਹਾ ਜਿਹਾ ਸਟੈਪ ਲਿੱਤਾ ਤੇ ਇਸ ਵਿੱਚ ਲੋਕਾਂ ਦਾ ਭਲਾ ਕਰਨ ਵਾਸਤੇ ਅੱਗੇ ਆਏ। ਪਰ ਜੇ ਤੁਸੀਂ ਐਕਟ ਦੀ ਹੀ ਗੱਲ ਕਰਦੇ ਹੋ ਤਾਂ ਐਕਟ ਦੇ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਕਿ ਬਿਲਡਿੰਗ ਫੀਸ ਜਾਂ ਬਾਕੀ ਚੀਜ਼ਾਂ ਦੀ ਫੀਸ ਉਹ ਵੀ ਕਿੱਦਾਂ ਲੈਣੀ ਕਿੱਦਾਂ ਨਹੀਂ, ਕਿ ਉਹ ਫੋਲੋ ਹੁੰਦੀਆਂ ਨੇ, ਬਿਲਕੁਲ ਵੀ ਫੋਲੋ ਨਹੀਂ ਹੋ ਰਹੀਆਂ। ਦੂਸਰੀ ਗੱਲ, ਸਕੂਲ ਜਿਹੜਾ ਆ, ਇਹ ਐਕਟ ਵੀ ਛੱਡ ਦਿਓ, ਜਿੱਥੇ ਮਰਜ਼ੀ ਪੜ੍ਹ ਲਓ, ਐਕਟ ਦੇ ਵਿੱਚ ਚਲੋ ਲਿਖਿਆ ਹੀ ਹੋਇਆ ਹੋਰ ਵੀ, ਸਕੂਲ ਜਿਹੜਾ ਵਾ ਪ੍ਰੋਫਿਟ ਕਮਾਉਣ ਦਾ ਜ਼ਰੀਆ ਨਹੀਂ ਹੈ। ਇਹ ਅੱਜ ਤੋਂ ਨਹੀਂ, ਸ਼ੁਰੂਆਤ ਤੋਂ ਹੀ। ਅਗਰ ਮੈਂ ਹਿੰਦੂਇਜ਼ਮ ਦੀ ਗੱਲ ਕਰਾਂ ਜਾਂ ਨੋਰਮਲ ਗੱਲ ਕਰਾਂ ਤਾਂ ਗੁਰੂਕੁਲ ਕਿਹਾ ਜਾਂਦਾ ਸੀ। ਕ੍ਰਿਸਚੈਨਿਟੀ ਦੀ ਗੱਲ ਕਰਾਂ ਤਾਂ ਕੌਨਵੈਂਟ ਸਕੂਲ ਕਿਹਾ ਜਾਂਦਾ। ਕ੍ਰਿਸਚੈਨਿਟੀ ਦਾ ਵਰਡ ਹੈ ਕੌਨਵੈਂਟ ਸਕੂਲ। ਇਹਨਾਂ ਸਾਰਿਆਂ ਨੂੰ ਨੋਨ ਪ੍ਰੋਫਿਟ ਵਾਸਤੇ ਹੀ ਮੰਨਿਆ ਗਿਆ ਸੀ, ਲੇਕਿਨ ਅੱਜ ਦੇ ਟਾਈਮ ਦੇ ਵਿੱਚ ਪ੍ਰੋਫਿਟ ਦੇ ਲਈ ਕੁਝ ਵੀ ਕੀਤਾ ਜਾ ਸਕਦਾ। ਚਲੋ ਆਪਾਂ ਗੱਲ ਕਰ ਰਹੇ ਹਾਂ ਲੋਕਡਾਊਨ ਦੀ। ਲੋਕਡਾਊਨ ਦੇ ਵਿੱਚ ਜਦੋਂ ਫੀਸਿਸ ਦੀ ਗੱਲ ਕੀਤੀ ਗਈ ਤਾਂ ਫੀਸਿਸ ਵਾਸਤੇ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਨੇ ਹਾਈ ਕੋਰਟ ਦਾ ਰੁਖ ਕੀਤਾ। 22 ਜਾਂ 23 ਤਰੀਕ ਦਾ ਹੀ ਆਰਡਰ ਹੈ, ਇਸ 22/5 ਦਾ ਆਰਡਰ ਆ। ਆਨਰੇਬਲ ਕੋਰਟ ਨੇ ਇੱਕ ਆਰਡਰ ਦਿੱਤਾ ਆ ਜਿਸ ਦੇ ਮੁਤਾਬਿਕ 70% ਜਿਹੜੀਆਂ ਫੀਸਿਸ ਨੇ ਸਕੂਲ ਵਾਲੇ ਲੈ ਸਕਦੇ ਨੇ। ਇਸ ਤੋਂ ਇਲਾਵਾ ਜਿਹੜੀ ਸਕੂਲ ਦੀ ਐਡਮਿਸ਼ਨ ਫੀਸਿਸ ਹੈ ਉਸ ਨੂੰ 6 ਮੰਥਸ ਦੇ ਵਿੱਚ ਇੰਸਟਾਲਮੈਂਟ 2 ਇੰਸਟਾਲਮੈਂਟਸ ਦੇ ਵਿੱਚ ਪੇ ਕੀਤਾ ਜਾ ਸਕਦਾ ਹੈ। ਜਿਹੜੇ ਉਹਨਾਂ ਦੇ ਟੀਚਰਸ ਨੇ ਉਹਨਾਂ ਨੂੰ ਸੈਲਰੀਜ਼ ਦੇਣੀਆਂ ਕੰਪਲਸਰੀ ਨੇ। ਜਿਹੜੇ ਆਨਰੇਬਲ ਹਾਈ ਕੋਰਟ ਦਾ ਇਹ ਆਰਡਰ ਆਇਆ ਹੈ। ਮੈਂ ਗੱਲ ਕਰਾਂ, ਕਰਫਿਊ ਸੀਗਾ, ਤੁਸੀਂ ਕਿਹਾ ਸਕੂਲ ਵੱਲੋਂ ਪਟੀਸ਼ਨ ਵੀ ਪਾਈ ਗਈ ਸੀਗੀ, ਲੇਕਿਨ ਉਸ ਸਮੇਂ ਪਬਲਿਕ ਜਿਹੜੀ ਘਰਾਂ ਦੇ ਵਿੱਚ ਬੈਠੀ ਹੋਈ ਸੀ, ਪਬਲਿਕ ਵੱਲੋਂ ਪਟੀਸ਼ਨ ਕਿਉਂ ਨਹੀਂ ਪਾਈ ਗਈ ਸਕੂਲਾਂ ਦੇ ਉੱਪਰ? ਕਿ ਸਰਕਾਰ ਨੇ ਕਿਤੇ ਨਾ ਕਿਤੇ ਫਾਇਦਾ ਚੱਕਿਆ ਵਾ ਕਿ ਸਕੂਲ ਪ੍ਰਸ਼ਾਸਨ ਜਿਹੜਾ ਹੈਗਾ ਪਟੀਸ਼ਨ ਪਾ ਕੇ ਆਪਣੀ ਮਨਮਰਜ਼ੀ ਕਰ ਲੇ, ਜਿਹੜੀ ਪਬਲਿਕ ਘਰੇ ਬੈਠੀ ਉਹ ਪੇਰੈਂਟਸ ਐਸੋਸੀਏਸ਼ਨ ਜਿਹੜੀ ਇੱਕ ਸੰਸਥਾ ਹੈਗੀ ਉਹ ਪਟੀਸ਼ਨ ਨਾ ਪਾ ਸਕੇ ਤੇ ਸਰਕਾਰ ਲੁੱਟ ਚੱਕ ਲੇ ਫੀਸਾਂ ਦਾ? ਦੇਖੋ, ਇਹਦੇ 'ਚ 2 ਸਵਾਲ ਪੈਦਾ ਹੁੰਦੇ ਨੇ। ਸਭ ਤੋਂ ਪਹਿਲਾਂ, ਕਰਫਿਊ ਦੇ ਵਿੱਚ ਬਾਹਰ ਸਬਜ਼ੀ ਲੈਣ ਤੱਕ ਦਾ ਜਾਣ ਨਹੀਂ ਦਿੱਤਾ ਜਾਂਦਾ ਸੀ। ਜਦੋਂ ਮੈਂ ਇਨੀਸ਼ੀਅਲ ਸਟੇਜ ਦੀ ਗੱਲ ਕਰਦਾ, ਜਦੋਂ ਸਟਾਰਟ ਹੋਇਆ ਸੀ, ਜੋ ਅਗਰ ਕੋਈ ਬਾਹਰ ਨਿਕਲਦਾ ਸੀ ਉਹਨਾਂ ਦੇ ਹਾਲਾਤ ਕੀ ਹੁੰਦੇ ਸੀ, ਸਭ ਇਸ ਚੰਗੀ ਤਰ੍ਹਾਂ ਜਾਣੂ ਇਸ ਬਾਰੇ। ਉਸ ਤੋਂ ਇਲਾਵਾ ਵੀ ਤੁਸੀਂ ਸੋਚਦੇ ਹੋ ਕਿ ਇੰਨੇ ਸਾਰੇ ਲੋਕ ਜਾ ਕੇ ਕੋਰਟ ਦੇ ਵਿੱਚ, ਇੱਕ ਪਹਿਲਾਂ ਤਾਂ ਇਹਨਾਂ ਨੂੰ ਫਾਰਮ ਹੋਣਾ ਪੈਂਦਾ ਇੱਕ, ਕਿਉਂਕਿ ਇੱਕ ਇੰਡੀਵਿਜੂਅਲ ਪੇਰੈਂਟਸ ਦੀ ਗੱਲ ਕਰਾਂ ਤਾਂ ਇਹ ਬੰਦਾ ਇਹ ਸੋਚਦਾ ਯਾਰ ਮੈਂ ਕਿਸ ਤਰ੍ਹਾਂ ਆਨਰੇਬਲ ਕੋਰਟ ਦਾ ਰੁਖ ਕਰਾਂਗਾ, ਮੈਂ ਉਸ ਦੀ ਫੀਸਿਸ ਕਿੱਦਾਂ ਭਰਾਂਗਾ। ਅਗਰ ਅਸੀਂ ਸਾਰੇ ਲੋਕ ਇਕੱਠੇ ਹੁੰਦੇ ਤਾਂ ਗੈਦਰ ਕਿੱਥੋਂ ਹੋਣਗੇ, ਕਿੱਥੋਂ ਉਹਨਾਂ ਦੀਆਂ ਪ੍ਰੋਬਲਮਸ ਇਕੱਠੀਆਂ ਹੋ ਕੇ ਕਰਨਗੇ। ਲੇਕਿਨ ਕੁਝ ਸਟੇਟਸ ਦੇ ਵਿੱਚ, ਮੈਂ ਗੱਲ ਕਰਾਂ ਪੰਜਾਬ ਤੋਂ ਬਾਹਰ ਵੀ, ਦਿੱਲੀ ਦੇ ਵਿੱਚ ਕੁਝ, ਉਹਨਾਂ ਨੇ ਜ਼ਰੂਰ ਕੋਰਟ ਦਾ ਰੁਖ ਕੀਤਾ ਸੀਗਾ। ਐਂਡ ਹਾਲੇ ਵੀ ਕੁਝ ਕੋਰਟਸ ਦੇ ਆਰਡਰ ਦੀ ਵੇਟ ਚੱਲਦੀ ਆ ਰਹੀ ਹੈ ਵੀ ਕੀ ਕੋਰਟ, ਆਨਰੇਬਲ ਕੋਰਟ ਆਪਣਾ ਆਰਡਰ ਦਿੰਦਾ ਹੈ। ਪਰ ਜਿਹੜੀ ਤੁਸੀਂ ਇਹ ਗੱਲ ਕਹੀ, ਇਹ ਕਿਤੇ ਨਾ ਕਿਤੇ ਇੱਕ ਸਮਾਜ ਦਾ ਕੋੜਾ ਸੱਚ ਹੈ। ਇੱਕ ਤਾਂ ਬੰਦਾ, ਮੈਂ
ਹੋਰ ਗੱਲ ਇੱਥੇ ਕਰ ਦਾਂਗਾ, ਜਿਹੜੇ ਤਾਂ ਮਿਡਲ ਕਲਾਸ ਤੋਂ ਨੀਚੇ ਪੂਅਰ ਫੈਮਲੀਜ਼ ਨੇ ਉਹਨਾਂ ਨੂੰ ਰਾਸ਼ਨ ਦੇਣ ਵਾਸਤੇ ਲੋਕ ਨੇ, NGOs ਨੇ। ਹਾਈ ਕਲਾਸ ਫੈਮਲੀਜ਼, ਰਿਚ ਫੈਮਲੀਜ਼ ਨੇ, ਉਹਨਾਂ ਨੂੰ ਲੋੜ ਨਹੀਂ, ਉਹਨਾਂ ਕੋਲ ਜੋੜਿਆ ਹੋਇਆ। ਵਾਟ ਅਬਾਊਟ ਮਿਡਲ ਕਲਾਸ ਫੈਮਲੀਜ਼? ਮਿਡਲ ਕਲਾਸ ਫੈਮਲੀਜ਼ ਦੇ ਲੋਕ ਸਕੂਲ ਦੀਆਂ ਫੀਸਿਸ ਕਿੱਥੋਂ ਦੇਣਗੇ? ਔਰ ਅਗਰ ਮੈਂ ਵਿਜੇ ਇੰਦਰ ਸਿੰਗਲਾ ਜੀ ਦੀ ਇੱਕ ਬਿਆਨ ਦੀ ਗੱਲ ਕਰਾਂ, ਉਹ ਕਹਿੰਦੇ ਜਿਹੜਾ ਆਨਲਾਈਨ ਸਟੱਡੀ ਦਿੰਦਾ ਉਹ ਸਕੂਲ ਫੀਸ ਲੈ ਸਕਦਾ। ਅਗਰ ਮੈਂ ਉਹਨਾਂ ਦੇ ਬਿਆਨ ਦੀ ਗੱਲ ਕੀਤੀ, ਆਨਲਾਈਨ ਸਟੱਡੀ, ਤੁਹਾਨੂੰ ਲੱਗਦਾ ਕਿ ਬੱਚੇ ਸਕੂਲ ਦੇ ਵਿੱਚ ਜਿਹੜੇ ਛੋਟੇ ਬੱਚੇ ਨੇ ਉਹ ਪੜ੍ਹਦੇ ਬੜੀ ਮੁਸ਼ਕਿਲ ਨਾਲ ਆ, ਉਹ ਘਰੇ ਬੈਠੇ ਆਨਲਾਈਨ ਸਟੱਡੀ ਲੈ ਲੈਣਗੇ? ਅਗਰ ਉਹ ਲੈ ਵੀ ਲੈਣਗੇ ਤਾਂ ਮਾਪਿਓ ਆਪਣੀਆਂ ਫੀਸਾਂ ਕਿੱਥੋਂ ਲੈ ਕੇ ਆਉਣਗੇ? ਅਗਰ ਐਕਟ ਦੀ ਹੀ ਗੱਲ ਕੀਤੀ ਜਾਂਦੀ ਸੀ, ਅਗਰ ਸਰਕਾਰ ਨੂੰ ਇੰਨਾ ਹੀ ਸੀ ਤਾਂ ਉਸ ਐਕਟ ਦੇ ਵਿੱਚ ਕਿਉਂ ਨਹੀਂ ਚੇਂਜਸ ਕੀਤੀ ਗਈ? ਉਸ ਐਕਟ ਦੇ ਜ਼ਰੀਏ ਲੋਕਾਂ ਨੂੰ ਰਿਲੀਫ ਦਿੰਦੇ ਤਾਂ ਕਿ ਉਹਨੂੰ ਚੈਲੰਜ ਵੀ ਕੀਤਾ ਨਾ ਜਾਂਦਾ। ਹੁਣ ਵੀ ਅਗਰ ਸਰਕਾਰ ਨੂੰ ਲੱਗਦਾ, ਘੱਟੋ ਘੱਟ ਆਪਣਾ ਪੱਖ ਰੱਖਣ ਹਾਈ ਕੋਰਟ ਦੇ ਵਿੱਚ ਜਾ ਕੇ, ਜ਼ਰੂਰ ਲੋਕਾਂ ਦੀ ਗੱਲ ਸੁਣਨ। ਇਸ ਤਰ੍ਹਾਂ ਤਾਂ ਲੋਕਾਂ ਨੂੰ ਮਰਨ ਦਿੱਤੇ ਨਹੀਂ ਛੱਡਿਆ ਜਾ ਸਕਦਾ। ਇਵਨ ਮੈਂ ਖੁਦ ਆਨਰੇਬਲ ਸੁਪਰੀਮ ਕੋਰਟ ਨੂੰ ਇੱਕ ਲੈਟਰ ਲਿਖਿਆ ਸੀਗਾ, ਥਰੂ ਮੇਲ ਵੀ ਮੈਂ ਫਾਰਵਰਡ ਕੀਤਾ ਸੀ। ਇਹਦੇ 'ਚ ਮੈਂ ਕਿਹਾ ਸੀਗਾ ਕਿ ਮਿਡਲ ਕਲਾਸ ਦੀਆਂ ਪ੍ਰੋਬਲਮਸ ਨੇ, ਲੇਕਿਨ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਕਿ ਸਕੂਲ ਫੀਸ ਕਿੱਥੋਂ ਲੈ ਕੇ ਆਉਣ। ਲੇਕਿਨ ਆਨਰੇਬਲ ਕੋਰਟ ਦਾ ਹਾਲੇ ਤੱਕ ਵੇਟ ਹੈ ਕਿ ਕੀ ਉਹਦੇ ਤੇ ਆਰਡਰ ਪਾਸ ਕਰਦੇ ਨੇ, ਕੀ ਆਨਰੇਬਲ ਜਿਹੜਾ ਕੋਰਟ ਆ ਉਹਦੇ ਤੇ ਡਿਸੀਜਨ ਲੈਂਦਾ ਆ। ਬਟ ਮੈਂ ਉਮੀਦ ਇਹੀ ਕਰਾਂਗਾ ਕਿ ਬਹੁਤ ਜ਼ਿਆਦਾ ਪਿਸ ਰਹੇ ਨੇ ਲੋਕ। ਅਗਰ ਐਕਟ ਫੋਲੋ ਕਰਨਾ ਹੀ ਆ, ਇੱਕ ਤਰਫਾ ਨਹੀਂ, ਸਾਰਾ ਤਰਫਾ ਕਰੋ। ਜਿਹੜਾ ਨਾਨ ਪ੍ਰੋਫਿਟ ਦੀ ਗੱਲ ਕੀਤੀ ਹੈ, ਫਿਰ ਸਕੂਲ ਨਾਨ ਪ੍ਰੋਫਿਟ ਵੱਲ ਲੈ ਕੇ ਆਓ। ਆ ਜਿਹੜੀਆਂ BMW ਕਾਰਾਂ ਤੇ ਹੋਰ ਕਾਰਾਂ ਨੇ ਕਿੱਥੋਂ ਆਈਆਂ, ਇਹਦੀ ਵੀ ਫਿਰ ਜਾਂਚ ਹੋਵੇ। ਮੈਂ ਗੱਲ ਕਰਾਂ, ਉਹਨਾਂ ਨੂੰ ਪਰਮਿਸ਼ਨ ਕਿਹਨੇ ਦੇ ਦਿੱਤੀ ਸੀਗੀ? ਸਕੂਲ ਐਸੋਸੀਏਸ਼ਨ ਨੂੰ ਡਿਟ ਲਗਾਉਣ ਵਾਸਤੇ ਪਰਮਿਸ਼ਨ ਕਦੋਂ ਦਿੱਤੀ? ਕਰਫਿਊ ਲੱਗਾ ਸੀਗਾ, ਉਹਨਾਂ ਨੇ ਪਟੀਸ਼ਨ ਕਿੱਦਾਂ ਲਾਤੀ? ਉਹਨਾਂ ਦੀ ਪਾਸ ਕਿੱਦਾਂ ਹੋਗੀ? ਉਹਨਾਂ ਨੂੰ ਕਿੱਦਾਂ ਫਿਰ ਸਿੱਖਿਆ ਮੰਤਰੀ ਕਹਿ ਦਿੰਦੇ ਕਿ 70% ਫੀਸਾਂ ਜਿਹੜੀ ਤੁਸੀਂ ਲੈ ਸਕਦੇ ਹੋ? ਆਮ ਪਬਲਿਕ ਦਾ ਘਰੇ ਸੀਗੀ, ਉਹ ਵੀ ਤਾਂ ਘਰੇ ਬੈਠੇ ਹੋਣਗੇ, ਤੇ ਉਹਨਾਂ ਨੂੰ ਕਿੱਦਾਂ ਪਰਮਿਸ਼ਨ ਆ ਗਈ? ਉਹਨਾਂ ਕੋਲ ਕਿੱਦਾਂ ਰਿਟ ਆ ਗਈ? ਉਹਨਾਂ ਨੇ ਕਿੱਦਾਂ ਕਹਿਤਾ ਕਿ ਹਾਈ ਕੋਰਟ ਦੀ ਪਰਮਿਸ਼ਨ ਆ ਗਈ ਸਾਡੇ ਕੋਲ? ਹਾਈ ਕੋਰਟ ਉਹਨਾਂ ਵਾਸਤੇ ਬੈਠਾ ਸੀਗਾ। ਹਾਈ ਕੋਰਟ ਉਹਨਾਂ ਨੂੰ ਅਥਾਰਟੀ ਦੇ ਸਕਦਾ ਕਿ ਤੁਸੀਂ 70% ਫੀਸਾਂ ਲੈ ਲਓ, ਕਿ ਸਿੱਖਿਆ ਮੰਤਰੀ ਕਹਿ ਸਕਦੇ ਨੇ ਕਿ 70% ਤੁਸੀਂ ਫੀਸਾਂ ਲੈ ਸਕਦੇ ਹੋ, ਤੇ ਉਹਨਾਂ ਕੋਲ ਪਰਮਿਸ਼ਨ ਹੈਗੀ ਹੈ ਹਾਈ ਕੋਰਟ ਦੀ ਦਰਵਾਜ਼ਾ ਖਟਕਾਉਣ ਦੀ, ਤੇ ਹਾਈ ਕੋਰਟ ਕੋਲ ਵੀ ਅਥਾਰਟੀ ਹੈ ਕਿ ਉਹਨਾਂ ਨੂੰ ਕਹਿਣ ਦੀ ਕਿ 70% ਜਿਹੜੀ ਫੀਸਾਂ ਹੈਗੀ ਤੁਸੀਂ ਲੈ ਸਕਦੇ ਹੋ। ਲੇਕਿਨ ਆਮ ਪਬਲਿਕ ਉਸ ਸਮੇਂ ਬਾਹਰ ਨਹੀਂ ਸੀਗੀ। ਆਮ ਪਬਲਿਕ ਵੀ ਤਾਂ ਕੋਈ ਹੱਲ ਕਰ ਸਕਦੀ ਸੀਗੀ। ਹੱਲ ਕੀ ਹੈ ਇਹਦਾ? ਕਿ ਜਿਹੜੇ ਲੋਕ ਦੱਬੇ ਹੋਏ ਨੇ, ਜਿਹੜੇ ਵਾਜਾਂ ਨਹੀਂ ਚੱਕ ਪਾ ਰਹੇ ਨੇ, ਸਕੂਲ ਦੀ ਫੀਸਾਂ ਦੇਣ ਨੂੰ ਮਜਬੂਰ ਹੋਏ ਪਏ ਨੇ, ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਐਕਸਪੈਕਟ ਕਰ ਲਈ ਤੇ ਪਬਲਿਕ ਅੰਦਰ ਹੈ। ਸਮਝ ਨਹੀਂ ਆਈ ਗੱਲਬਾਤ। ਦੇਖੋ, ਤੁਹਾਡੀ ਗੱਲ 'ਚ ਹੀ ਤੁਹਾਡਾ ਜਵਾਬ ਹੈ। ਪਹਿਲਾ ਗੱਲ ਤੁਸੀਂ ਕੀਤੀ ਕਿ ਜਿਹੜੀ ਸਕੂਲ ਐਸੋਸੀਏਸ਼ਨਸ ਨੇ ਉਹਨਾਂ ਕੋਲ ਕਿੱਥੋਂ ਸੀ, ਉਹ ਬਾਹਰ ਕਿੱਦਾਂ ਨਿਕਲ ਗਏ। ਸਭ ਤੋਂ ਪਹਿਲਾਂ ਇੰਡੀਵਿਜੂਅਲ, ਇੱਕ ਆਮ ਬੰਦੇ ਦਾ, ਇੱਕ ਤੁਹਾਡੀ ਗੱਲ ਦੇ ਜਵਾਬ 'ਚ ਦੂਸਰੀ ਵਰਡ ਦੱਬੇ ਹੋਏ ਲੋਕ। ਦੱਬੇ ਹੋਏ ਕਿਉਂ ਵਰਡ ਯੂਜ਼ ਕਰ ਰਹੇ ਹਾਂ? ਕਿਉਂਕਿ ਬੋਝ ਲੋਨ ਦਾ, ਬਿਜਲੀ ਦੇ ਬਿੱਲ ਭਰਨ ਦਾ, ਬੱਚਿਆਂ ਦੀਆਂ ਸਕੂਲ ਫੀਸਾਂ ਭਰਨ ਦਾ ਉਹਨਾਂ ਦੇ ਸਿਰ ਤੇ ਸੀ। ਉਹਨਾਂ ਕੋਲ ਜਿਹੜੇ ਲਿੰਕਸ ਨੇ, ਜ਼ਰੂਰੀ ਨਹੀਂ ਹਰ ਇੱਕ ਆਮ ਵਿਅਕਤੀ ਕੋਲ ਹਰ ਵਕੀਲ ਦਾ ਲਿੰਕ ਹੋਵੇ, ਲੇਕਿਨ ਤੁਹਾਡੀ ਹੀ ਗੱਲ ਦੇ ਵਿੱਚ ਸਕੂਲਾਂ ਦੀ ਗੱਲ ਕੀਤੀ ਗਈ ਤਾਂ ਸਕੂਲਾਂ ਕੋਲ ਇੰਨੇ ਲਿੰਕਸ ਹੁੰਦੇ ਨੇ। ਐਡਵੋਕੇਟਸ, ਉਹਨਾਂ ਦੇ ਕਈ ਫਿਕਸ ਨੇ। ਜਿਹੜੇ ਐਡਵੋਕੇਟਸ ਨਾਲ ਪੁਰਾਣਾ ਕੰਮ ਕਰ ਰਹੇ ਨੇ, ਉਹਨਾਂ ਨੂੰ ਹੀ ਅਪਰੋਚ ਕਰਕੇ ਉਹ ਈਜ਼ੀਲੀ ਅਪਰੋਚ ਕਰ ਸਕਦੇ ਆਨਰੇਬਲ ਹਾਈ ਕੋਰਟ ਦੇ ਵਿੱਚ। ਔਰ ਦੂਸਰੀ ਤੁਹਾਡੀ ਗੱਲ ਪਬਲਿਕ ਦੀ ਗੱਲ ਕੀਤੀ, ਇੱਦਾਂ ਤਾਂ ਆਨਰੇਬਲ ਕੋਰਟ ਕੋਲੇ, ਸਾਡੇ ਮਾਨਯੋਗ ਕੋਟਾ ਕੋਲ ਵੀ ਇਹ ਅਧਿਕਾਰ ਹੈ ਕਿ ਉਹ ਸੀਓ ਮੋਟੋ ਐਕਸ਼ਨ ਲੈ ਸਕਣ। ਸੀਓ ਮੋਟਨ ਕਿ ਅਗਰ ਉਹਨਾਂ ਨੂੰ ਲੱਗਦਾ ਕਿ ਕਿਸੇ ਨਾਲ, ਕਿਸੇ ਇੱਕ ਪਾਰਟਿਕੂਲਰ ਚੀਜ਼ ਦੇ ਨਾਲ, ਇੱਕ ਪਾਰਟਿਕੂਲਰ ਸੁਸਾਇਟੀ ਦੇ ਨਾਲ ਧੱਕਾ ਹੋ ਰਿਹਾ, ਤਾਂ ਆਨਰੇਬਲ ਕੋਰਟ ਵੀ ਬਿਨਾਂ ਕਿਸੇ ਪਟੀਸ਼ਨ ਤੋਂ, ਸਿਰਫ ਅਖਬਾਰ ਦੀਆਂ ਖਬਰਾਂ ਤੋਂ ਜਾਂ ਖੁਦ ਆਪਣੇ ਆਪ ਤੋਂ ਇਹ ਸੰਗਿਆਨ ਲੈ ਸਕਦਾ ਆ। ਬਟ ਪਬਲਿਕ ਦੀ ਜਿੱਥੋਂ ਦਾ ਗੱਲ ਕੀਤੀ ਜਾਵੇ, ਪਬਲਿਕ ਤੁਸੀਂ ਕੋਰਟ ਪਹੁੰਚਣ ਦੀ ਗੱਲ ਕਰਦੇ ਹੋ, ਸੌਰੀ ਮੈਂ ਇੱਥੇ ਇਮੋਸ਼ਨਲ ਥੋੜ੍ਹਾ ਜਿਹਾ ਹੋ ਜਾਂਦਾ ਆ ਕਿ ਯਾਰ ਪੂਅਰ ਕਲਾਸ ਫੈਮਿਲੀ ਤਾਂ ਮੈਂ ਮੰਨਿਆ, ਮਿਡਲ ਕਲਾਸ ਫੈਮਿਲੀਜ਼ ਦਾ ਵੀ ਇਹ ਹਾਲਾਤ ਹੈ। ਕਈਆਂ ਦੇ ਘਰ ਰਾਸ਼ਨ ਨਹੀਂ ਸੀ, ਨਾ ਉਹਨਾਂ ਨੂੰ ਕੋਈ ਦੇਣ ਆ ਰਿਹਾ, ਨਾ ਸਰਕਾਰ ਦੀ ਪਾਲਿਸੀਜ਼ ਦੇ ਵਿੱਚ ਉਹ ਹੈਗੇ ਨੇ, ਨਾ ਕਿਸੇ ਹੋਰ ਫੈਮਿਲੀ ਦੇ ਵਿੱਚ। ਉਹਨਾਂ ਦਾ ਕਸੂਰ ਕੀ ਹੈ? ਸਿਰਫ ਇੱਕੋ ਹੀ ਕਸੂਰ ਹੈ ਕਿ ਉਹ ਮਿਡਲ ਕਲਾਸ ਫੈਮਿਲੀਜ਼ ਤੋਂ ਬਿਲੋਂਗ ਕਰਦੇ ਨੇ ਔਰ ਉਹਨਾਂ ਨੂੰ ਹੁਣ ਸਕੂਲ ਫੀਸਾਂ ਦਾ ਬੋਝ ਵੀ ਭਰਨਾ ਪੈ ਰਿਹਾ। ਗੱਲ ਕਰਾਂ 70% ਫੀਸ ਦੀ ਦੇਣੀ ਪਊਗੀ, ਟਿਊਸ਼ਨ ਫੀਸ 70% ਫੀਸ ਦੇਣੀ ਪਊਗੀ। 2000 ਰੁਪਏ ਫੀਸ ਲਾ ਲਓ, ਇੱਕ ਮੰਥ ਦੀ ਹੋ ਜਾਂਦੀ ਹੈ। ਉਹ 'ਚੋਂ 30% ਕੱਟਤਾ ਆਪਾਂ, 1450 ਰੁਪਏ ਰਹਿ ਗਿਆ, 1450-1500 ਨੀਅਰ ਅਬਾਊਟ ਰਹਿ ਜਾਂਦਾ ਵਾ। ਉਹ ਫੀਸ ਜਦੋਂ ਜਿਹੜਾ ਪਰਿਵਾਰ ਦਾ ਇੱਕ ਸਦੱਸਿਆ ਹੈਗਾ ਉਹ ਫੀਸ ਦੇਣ ਨੂੰ ਤਿਆਰ ਬੈਠਾ ਹੈ, ਕਹਿੰਦਾ ਚਲੋ ਇੰਨੀ ਫੀਸ ਦੇ ਦੇਣੀ ਹੈ, ਤੇ ਉਹ 500 ਨੂੰ ਕੀ ਕਰੂਗਾ? ਉਹ ਤਾਂ 500 ਵੀ ਦੇ ਦੂਗਾ, ਬੋਝ ਜੁੜੀ ਲਊਗਾ ਉਹ 30% ਦਾ। ਉਹ ਤਾਂ ਆਹੀ ਸੋਚੂਗਾ ਜਲੀਲ ਹੋਣ ਤੋਂ ਵਧੀਆ ਤਾਂ ਪੂਰੀ ਫੀਸ ਹੀ ਦੇ ਦਿਓ।
ਕਿ ਤੁਹਾਨੂੰ ਨਹੀਂ ਚਾਹੀਦਾ ਜੀ ਕੈਪਟਨ ਸਾਹਿਬ ਨੇ ਇੰਨੇ ਵਧੀਆ ਉਪਰਾਲੇ ਕੀਤੇ ਸੀਗੇ, ਉਹਨਾਂ ਨੂੰ ਚਾਹੀਦਾ ਨਹੀਂ ਜੀ ਸਿੱਖਿਆ ਮੰਤਰੀ ਨੂੰ ਕਿ ਜਿਹੜੇ ਇਸ ਸਥਿਤੀ ਦੇ ਵਿੱਚ ਰਾਸ਼ਨ ਵੀ ਮੁਹੱਈਆ ਵੀ ਕਰਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀਗੇ ਤੇ ਲੇਕਿਨ ਕਿਤੇ ਨਾ ਕਿਤੇ 2-3 ਮਹੀਨੇ ਦੀ ਜਦੋਂ ਫੀਸ ਛੱਡ ਦਿੱਤੀ ਜਾਂਦੀ ਤੇ ਲੋਕ ਸਹੀ ਹੋ ਜਾਂਦੇ, 500 ਰੁਪਏ ਨੂੰ ਕੀ ਕਰਨਗੇ ਲੋਕ? ਤੁਸੀਂ ਸਕੂਲ ਫੀਸਾਂ ਦੀ ਗੱਲ ਤਾਂ ਬਹੁਤ ਵਧੀਆ ਤਰੀਕੇ ਨਾਲ ਕੀਤੀ, 500 ਰੁਪਏ ਨੂੰ ਕੀ ਕਰਨਗੇ ਫਿਲਹਾਲ। ਲੇਕਿਨ ਇਸ ਗੱਲ ਦਾ ਜਵਾਬ ਤਾਂ ਮੈਂ ਸਿਰਫ ਇਹ ਕਹਿ ਦਾਂਗਾ ਕਿ ਆਪਾਂ ਪੰਜਾਬੀ ਚ ਕਹਿ ਦਿੰਨੇ ਕਿ ਜਾਂਦੇ ਚੋਰ ਦੀ ਲੰਗੂਟੀ ਸਹੀ। ਚਲੋ ਫੀਸ ਤਾਂ ਉਹਨਾਂ ਨੂੰ 1% ਵੀ ਨਹੀਂ ਭਰਨੀ ਚਾਹੀਦੀ। ਅਗਰ ਸਰਕਾਰ ਚਾਹਵੇ, ਅਗਰ ਸਰਕਾਰ ਇੰਨੀ ਕੁ ਵਧੀਆ ਹੋਵੇ ਤਾਂ ਕੀ ਸਰਕਾਰ ਵੇਵ ਆਫ ਨਹੀਂ ਕਰਵਾ ਸਕਦੀ? ਕੀ ਸਕੂਲ ਮੈਂ ਇੱਕ ਗੱਲ ਦੇ ਉੱਤੇ ਮੇਰਾ ਜਵਾਬ ਦੇ ਦੇਣਾ, ਅਗਰ ਸਕੂਲ ਐਸੋਸੀਏਸ਼ਨਸ ਵੀ ਸੁਣ ਰਹੀਆਂ ਨੇ, ਆਪਣਾ ਅਕਾਊਂਟਸ ਲਿਆਉਣ। ਉਹ ਕਹਿੰਦੀਆਂ ਨੇ ਸਾਡੇ ਕੋਲ ਫੀਸ ਨਹੀਂ ਆਣਗੇ ਤਾਂ ਸੈਲਰੀਜ਼ ਕਿੱਦਾਂ ਦੇਣਗੀਆਂ? ਕੀ ਸਕੂਲ ਕੋਲ ਰਿਜ਼ਰਵ ਫੰਡ ਨਹੀਂ ਹੈ? ਅਗਰ ਤੁਸੀਂ ਪ੍ਰੋਫਿਟ ਨਹੀਂ ਕਮਾ ਸਕਦੇ, ਕਾਨੂੰਨ ਇਹ ਕਹਿੰਦਾ ਆ, ਐਕਟ ਇਹ ਕਹਿੰਦਾ ਆ, ਸਾਰਾ ਕੁਝ ਇਹ ਕਹਿੰਦਾ ਆ, ਜਿਹੜੇ ਤੁਹਾਡੇ ਕੋਲ ਰਿਜ਼ਰਵ ਫੰਡਸ ਰੱਖੇ ਹੋਏ ਨੇ ਕਿ ਉਹਨਾਂ ਤੋਂ ਜਿਹੜੀਆਂ ਟੀਚਰਸ ਦੀਆਂ ਸੈਲਰੀਆਂ ਦਿੱਤੀਆਂ ਨਹੀਂ ਜਾ ਸਕਦੀਆਂ ਸੀਗੀਆਂ। ਅਗਰ ਤੁਸੀਂ ਥੋੜਾ ਜਿਹਾ ਕੁਝ ਕਰ ਲੈਂਦੇ, ਮੈਂ ਮੰਨਦਾ ਕੁਝ ਸਕੂਲਸ ਹੋਣਗੇ ਜਿਨ੍ਹਾਂ ਕੋਲ ਰਿਜ਼ਰਵ ਫੰਡ ਨਹੀਂ ਹੋਣਗੇ, ਬਟ ਬਹੁਤ ਸਾਰੇ ਇਸ ਤਰ੍ਹਾਂ ਦੇ ਸਕੂਲ ਹੈ ਜਿਨ੍ਹਾਂ ਕੋਲ ਰਿਜ਼ਰਵ ਫੰਡ ਰੱਖੇ ਹੋਏ ਸੀਗੇ, ਉਹ ਕਰ ਦਿੰਦੇ 50% ਉਹ ਸਕੂਲ ਕਰ ਦਿੰਦੇ ਤਾਂ 50% ਐਟਲੀਸਟ ਸਰਕਾਰ ਕਰ ਦਿੰਦੀ ਮਦਦ, ਤਾਂ ਅੱਜ ਜਿਹੜੇ ਲੋਕਾਂ ਨੂੰ ਉਹ ਚੀਜ਼ਾਂ ਦੇਖਣੀਆਂ ਨਹੀਂ ਪੈਂਦੀਆਂ। ਮੈਂ ਗੱਲ ਕਰਾਂ ਜਦੋਂ ਐਡਮਿਸ਼ਨ ਨਵੇਂ ਬੱਚੇ ਨੂੰ ਐਡਮਿਸ਼ਨ ਲਿੱਤੀ ਜਾਂਦੀ, ਕਈ ਨਿੱਜੀ ਸਕੂਲ ਵੱਡੇ ਸਕੂਲ ਜਿਹੜੇ ਹੈਗੇ ਨੇ ਦਾਅਵੇ ਕਰਦੇ ਨੇ ਉਦੋਂ 35,000 ਰੁਪਈਆ 60,000 ਰੁਪਈਆ ਐਡਮਿਸ਼ਨ ਫੀਸ ਹੀ ਲੈ ਲੈਂਦੇ ਨੇ। ਕਿ ਇਹਨਾਂ ਨੇ ਇੱਕ ਸਕੂਲ ਦੀ ਗੈਦਰਿੰਗ ਦੀ ਗੱਲ ਕਰਾਂ, ਇੱਕ ਸਕੂਲ ਦੇ ਵਿੱਚ ਜਦੋਂ ਇੱਕ 60,000 ਨੂੰ ਮੈਂ 30,000 ਨੂੰ ਜਾਂ ਡਾਈਵਰਟ ਕਰਨਾ, 60,000 ਨੂੰ ਡਾਈਵਰਟ ਕਰਾਂ ਤੇ ਘੱਟੋ ਘੱਟ ਕਿ 3-4 ਹਜ਼ਾਰ ਬੱਚਾ ਪੜ੍ਹਦਾ ਵੀ ਹੋਵੇ ਤਾਂ ਕਿੰਨੇ ਲੱਖਾਂ ਦੇ ਵਿੱਚ ਪੈਸਾ ਪਹੁੰਚ ਗਿਆ ਇੱਕ ਮਹੀਨੇ ਦਾ, ਤੇ 2 ਮਹੀਨਿਆਂ ਦੇ ਵਿੱਚ ਇਹਨਾਂ ਦੀ ਕਹਿ ਲਓ ਕਿ ਸਭ ਕੁਝ ਗਿੱਲਾ ਹੋ ਗਿਆ। ਦੇਖੋ ਇਹੀ ਗੱਲ ਮੈਂ ਪਹਿਲਾਂ ਕਰਕੇ ਹਟਿਆ ਸੀ, ਰਿਜ਼ਰਵ ਫੰਡ ਦੀ ਗੱਲ ਕਰ ਰਿਹਾ। ਸੈਕੰਡਲੀ ਅਗਰ ਇੰਨਾ ਹੀ ਇਹ ਅੱਜ ਅਗਰ ਐਕਟ ਦੀ ਇੱਕ ਗੱਲ ਹੋਈ ਤਾਂ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਪਹੁੰਚੇ। ਅਗਰ ਐਕਟ ਦੀ ਹੋਈ ਗੱਲ ਕਰਾਂ ਤਾਂ ਐਕਟ ਦੀਆਂ ਬਾਕੀ ਚੀਜ਼ਾਂ ਕਿੱਥੇ ਨੇ? ਬਿਲਡਿੰਗ ਫੀਸ ਦੇ ਨਾਮ ਦੇ ਉੱਤੇ ਕਿੰਨੇ % ਫੀਸ ਵਧਾਈ ਜਾਂਦੀ ਹੈ, ਕਿੰਨੇ % ਫੀਸ ਲਿੱਤੀ ਜਾਂਦੀ ਹੈ, ਕਦੇ ਇਹ ਚੀਜ਼ ਦੇਖੀ ਨਹੀਂ ਕੀਤੀ ਗਈ। ਰਿਜ਼ਰਵ ਫੰਡ ਜਿਹੜਾ ਮੈਂ ਪਹਿਲਾਂ ਵਰਡ ਯੂਜ਼ ਕੀਤਾ ਸੀਗਾ, ਅਕਾਊਂਟਸ ਅੱਜ ਵੀ ਮੇਰੇ ਕੋਲ ਆ, ਮੈਂ ਫ੍ਰੀ ਆ, ਮੈਂ ਫ੍ਰੀ ਆਫ ਕਾਸਟ ਕਹਿੰਦਾ ਉੱਥੇ ਜਾ ਕੇ ਮੈਂ ਰਿਜ਼ਰਵ ਫੰਡ, ਇਹਨਾਂ ਨੇ ਸਾਰੇ ਮੈਨੂੰ ਅਕਾਊਂਟ ਚੈੱਕ ਕਰਵਾ ਦੇਣ। ਅਗਰ ਰਿਜ਼ਰਵ ਫੰਡ ਨਾ ਹੋਇਆ ਤਾਂ ਕਹੀਏ, ਲੇਕਿਨ ਆਪਣਾ ਮਾਈਂਡ ਵੀ ਤਾਂ ਉਸ ਪਾਸੇ ਨੂੰ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਜਾਂ ਬੱਚਿਆਂ ਦੇ ਪੇਰੈਂਟਸ ਨੂੰ ਫਾਇਦਾ ਦਈਏ। ਬੱਚਿਆਂ ਦੇ ਪੇਰੈਂਟਸ ਨੂੰ ਤਾਂ ਕਿਤੇ ਵੀ ਕੋਈ ਫਾਇਦਾ ਨਹੀਂ ਮਿਲ ਰਿਹਾ। ਆਨਲਾਈਨ ਦੀ ਗੱਲ ਕਰਾਂ, ਆਨਲਾਈਨ ਕਲਾਸਿਸ ਦੀਆਂ ਹੁਣ ਹਿਸਾਬ ਲਾ ਲਓ, ਮੇਰਾ ਬੱਚਾ 2-2.5 ਸਾਲ ਦਾ ਸਮਾਰਟ ਸਕੂਲ 'ਚ ਪੜ੍ਹਦਾ, ਉਹਨੂੰ ਮੈਂ ਜਦੋਂ ਫੋਨ ਦੇ ਦੇਵਾਂ ਤੇ ਫੋਨ ਦੇ ਨਾਲ ਉਹਦੀ ਅੱਖਾਂ 'ਤੇ ਕੀ ਅਸਰ ਪਊਗਾ, ਕਿੰਨੀਆਂ ਬਿਮਾਰੀਆਂ ਲੱਗ ਜਾਣਗੀਆਂ ਛੋਟੀ ਜਿਹੀ ਉਮਰ ਦੇ ਵਿੱਚ। ਆਨਲਾਈਨ ਕਲਾਸਾਂ ਕਿਤੇ ਨਾ ਕਿਤੇ ਸਹੀ ਹੈਗੀਆਂ? ਤੁਹਾਨੂੰ ਕੀ ਲੱਗਦਾ? ਦੇਖੋ ਇੱਕ ਨਾ ਮੈਂ ਇੱਕ ਟਿਕਟੌਕ ਤੇ ਮੇਰਾ ਅਕਾਊਂਟ ਸੀ, ਇੱਕ ਐਡਵੋਕੇਟ ਗੌਰਵ ਅਰੋੜਾ ਦੇ ਨਾਮ ਦੇ, ਤੇ ਤਕਰੀਬਨ 7 ਲੱਖ ਲੋਕ ਫੋਲੋ ਕਰ ਰਹੇ ਨੇ। ਉਹਦੇ 'ਚ ਮੈਂ ਇੱਕ ਹਾਸੇ ਵਾਲੀ ਗੱਲ ਪਾਈ ਸੀ। ਮੈਂ ਉੱਥੇ ਪਾਇਆ ਸੀ ਹਾਸੇ ਦੇ ਵਿੱਚ ਲੋਕਾਂ ਨੂੰ ਮੈਸੇਜ ਦੇਣ ਦੀ ਬਜਾਏ ਆਨਲਾਈਨ ਦੇ ਵਿੱਚ ਸਟੱਡੀ ਦਿੱਤੀ ਜਾ ਰਹੀ ਹੈ, ਔਰ ਜਿਹੜੀਆਂ ਮਾਵਾਂ ਨੇ ਕੰਮ ਵਾਲੀ ਲੋਕਡਾਊਨ ਕਰਕੇ ਜਾਂ ਇਸ ਜਿਹੜਾ ਵਾਇਰਸ ਹੈ ਇਸ ਕਰਕੇ ਨਹੀਂ ਆ ਰਹੀਆਂ, ਬਟ ਉਹਨਾਂ ਮਾਵਾਂ ਦਾ ਵੀ ਕੀ ਜਿਹੜੇ ਬੱਚਿਆਂ ਨੂੰ ਫੜ ਕੇ ਆਨਲਾਈਨ ਪੜ੍ਹਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਆਨਲਾਈਨ ਵੀ ਕੀ ਹੈ, ਜਿੰਨੇ ਕੁ ਪੇਰੈਂਟਸ ਨਾਲ ਮੇਰੀ ਗੱਲ ਹੋਈ, ਮੇਰੇ ਟੱਚ ਦੇ ਵਿੱਚ ਕਾਫੀ ਪੇਰੈਂਟਸ ਨੇ ਜਿਹੜੇ ਆਪਣੀ ਪ੍ਰੋਬਲਮਸ ਦੱਸਦੇ ਰਹਿੰਦੇ ਨੇ ਔਰ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੀ ਪ੍ਰੋਬਲਮ ਨੂੰ ਸੌਰਟ ਆਊਟ ਕਰਾਂ। ਉਹਨਾਂ ਵੱਲੋਂ ਇੱਕ ਜਵਾਬ ਆਇਆ, ਆਨਲਾਈਨ ਕਈ ਸਕੂਲਾਂ 'ਚ ਕੀ ਕੀਤਾ ਜਾ ਰਿਹਾ, ਲਾਈਵ ਨਹੀਂ ਹੋ ਰਹੇ ਕਿ ਲਾਈਵ ਹੋ ਕੇ ਤੁਸੀਂ ਬੱਚਿਆਂ ਨੂੰ ਲਾਈਵ ਕਲਾਸਿਸ ਲੈ ਰਹੇ ਹੋ। ਨੋਟ ਕੀਤਾ, ਸਟੈਪ ਫਾਰਵਰਡਡ, ਲਓ ਜੀ ਮਾਤਾ, ਲਓ ਜੀ ਆਪਣੇ ਫਾਦਰ, ਪੜ੍ਹਾਓ ਜੀ ਇਹਨਾਂ ਨੂੰ। ਤੁਹਾਨੂੰ ਲੱਗਦਾ ਕਿ ਬੱਚੇ ਪੇਰੈਂਟਸ ਕੋਲ ਉਹਨਾਂ ਦਾ ਦਿੱਤਾ ਹੋਇਆ ਵਰਕ ਪੜ੍ਹਨਗੇ? ਉਹਨਾਂ ਬੱਚਿਆਂ ਨੂੰ ਕਈ ਮਦਰਸ ਨੇ, ਕਈ ਮਦਰਸ ਹੋ ਸਕਦਾ ਨਾ ਜ਼ਿਆਦਾ ਪੜ੍ਹੀਆਂ ਲਿਖੀਆਂ ਹੋਣ ਜਾਂ ਜੋ ਪੜ੍ਹੀਆਂ ਲਿਖੀਆਂ ਵੀ ਹੋਣ, ਉਹ ਸਿਲੇਬਸ ਨੂੰ ਨਾ ਕਾਪੀ ਕਰਨ, ਤਾਂ ਆਪਣੇ ਬੱਚਿਆਂ ਨੂੰ ਕਿੱਦਾਂ ਪੜ੍ਹਾਉਣਗੇ? ਆਈਜ਼ ਦੀ ਗੱਲ ਵੀ ਚੱਲੀ, ਇਹ ਸਾਇੰਟੀਫਿਕਲੀ ਪ੍ਰੂਵਡ ਵੀ ਹੈ ਕਿ ਤੁਸੀਂ ਮੋਬਾਈਲਸ ਦੀ ਜਿਹੜੀ ਲਾਈਟਸ ਨੇ, 2 ਤਰ੍ਹਾਂ ਦੀ ਲਾਈਟਸ ਹੈ, ਇੱਕ ਵਾਈਟ ਇੱਕ ਯੈਲੋ। ਮੇਰੇ ਖਿਆਲ ਨਾਲ ਦੇ ਪੇਰੈਂਟਸ ਨੂੰ ਨਹੀਂ ਪਤਾ ਹੋਏਗਾ ਕਿ ਯੈਲੋ ਲਾਈਟਸ ਨਾਲ ਹੀ ਵਰਕ ਕੀਤਾ ਜਾਵੇ ਤਾਂ ਬੈਟਰ ਹੈ। ਵਾਈਟ ਲਾਈਟਸ ਨਾਲ ਬੱਚਿਆਂ ਦੀ ਅੱਖਾਂ ਦੇ ਰੈਟੀਨੇ ਤੇ ਲੱਗ ਫਰਕ ਪੈ ਰਿਹਾ। ਸੈਕਿੰਡ ਗੱਲ, ਤੁਸੀਂ ਬੱਚੇ ਨੂੰ 5 ਮਿੰਟ ਮੋਬਾਈਲ ਦੇ ਕੇ ਇੱਧਰ ਹੋ ਜਾਓ, ਉਹ ਬੱਚਾ ਗੇਮ ਖੋਲ ਕੇ ਗੇਮ ਖੇਡਣ ਲੱਗ ਜਾਏਗਾ, ਕਿਉਂਕਿ ਉਹ ਤਾਂ ਬੱਚਾ ਹਲੇ ਉਹ ਮਾਸੂਮ ਹੈ, ਉਹਨੂੰ ਨਹੀਂ ਪਤਾ। ਥੋੜਾ ਜਿਹਾ ਇਸ ਪੁਆਇੰਟ ਦੇ ਉੱਤੇ ਵੀ ਆਉਣ ਕਿ ਆਨਲਾਈਨ ਦੇ ਵਿੱਚ ਜਾਂ ਤਾਂ ਤੁਸੀਂ ਲਾਈਵ ਹੋਵੋ, ਕਲਾਸਰੂਮ ਲੈ ਰਹੇ ਹੋ, ਠੀਕ ਹੈ, ਪਰ ਇਸ ਤਰ੍ਹਾਂ ਤੁਸੀਂ ਪਾ ਕੇ ਵਰਕ ਤੇ ਲੋਕਾਂ ਨੂੰ ਦੇ ਰਹੇ ਹੋ ਕਿ ਹਾਂਜੀ ਵੀ ਇਹਨੂੰ ਕਰਕੇ ਸੌਰਟ ਆਊਟ ਕਰਾਓ, ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਐਂਗਲ ਤੋਂ ਸਹੀ ਹੈ। ਗੱਲ ਕਰਾਂ ਸਕੂਲ ਵਾਲੇ ਜਿੱਦਾਂ 70% ਫੀਸ ਲੈ ਰਹੇ ਨੇ, ਕੀ ਰਹੇ ਨੇ ਫਿਰ ਆਮ ਜਨਤਾ ਨਾਲ ਕੀ ਕਰ ਰਹੇ ਨੇ? ਜਨਤਾ ਕਿੱਥੇ ਜਾਵੇ?
ਐਡਵੋਕੇਟ ਸਾਹਿਬ, ਸਾਡਾ ਸਵਾਲ ਹੈ ਕਿ ਜਨਤਾ ਕਿੱਥੇ ਜਾਵੇ, ਕਿੱਥੇ ਜਾ ਕੇ ਫੀਸਾਂ ਭਰੇ? ਕੋਈ ਇੱਦਾਂ ਦਾ ਐਕਟ ਨਹੀਂ ਹੈਗਾ ਕਿ ਜਨਤਾ ਆਪਣੇ ਜਿਹੜੇ ਇਸ ਲੋਕਡਾਊਨ ਦੇ ਵਿੱਚ ਜਿਹੜੀ ਪਿੱਸੀ ਹੋਈ ਜਨਤਾ ਹੈਗੀ ਹੈ ਇਸ ਚੀਜ਼ਾਂ ਤੋਂ ਛੁਟਕਾਰਾ ਲੈਣ 'ਚ ਕੋਈ ਹੋਰ ਕੋਈ ਐਕਟ ਦੇ ਤਹਿਤ ਕਾਰਵਾਈ ਕਰਾ ਸਕਦੀ ਹੋਵੇ? ਦੇਖੋ, ਮੈਂ ਹੁਣ ਵੀ ਇਹੀ ਗੱਲ ਕਹੂੰਗਾ, 2016 ਦਾ ਜਿਹੜਾ ਫੀਸ ਰੈਗੂਲੇਸ਼ਨ ਐਕਟ ਹੈ, ਅਗਰ ਮੈਂ ਸਰਕਾਰ ਦੀ ਗੱਲ ਕਰਾਂ ਤਾਂ ਅਗਰ ਤਾਂ ਸਰਕਾਰ ਇਹ ਕਹਿੰਦੀ ਹੈ ਸਾਡੇ ਕੋਲ ਪਾਵਰਸ ਨਹੀਂ ਹੈਗੀ ਐਕਟ ਨਾਲ ਛੇੜਛਾੜ ਕਰਨ ਦੀ, ਬਿਲਕੁਲ ਗਲਤ ਹੈ। ਅਗਰ ਸਰਕਾਰ ਚਾਹੇ ਉਸ ਐਕਟ ਦੇ ਵਿੱਚ ਕੀ ਫੇਰ ਬਦਲ ਨਹੀਂ ਕੀਤੀ ਜਾ ਸਕਦੀ? ਕੀ ਕਮੇਟੀ ਬਣਾ ਕੇ ਇਹਦੀ ਐਨਾਲਾਈਜ਼ ਨਹੀਂ ਕੀਤਾ ਜਾ ਸਕਦਾ? ਤੁਸੀਂ ਇੱਕ ਸਰਵੇ ਹੀ ਕਰਵਾ ਲਓ ਆਮ ਜਨਤਾ ਨੂੰ, ਜਿਹੜਾ ਉਸ ਸਰਵੇ ਦੇ ਅਕੋਰਡਿੰਗਲੀ ਤੁਹਾਨੂੰ ਲੱਗਦਾ ਹੈ ਕਿ ਹਾਂ ਵੀ ਉਸ ਸਰਵੇ ਦੇ ਵਿੱਚ ਆਮ ਲੋਕਾਂ ਕੋਲ ਇੰਨੇ ਕੁ ਪੈਸੇ ਹੈਗੇ ਕਿ ਉਹ ਸਕੂਲ ਫੀਸਾਂ ਘਰੇ ਬੈਠੇ ਬਿਠਾਈ ਦੀਆਂ ਦੇਈ ਜਾਣ, ਤਾਂ ਠੀਕ ਹੈ, ਬਟ ਐਟ ਲੀਸਟ ਉਹਨੂੰ ਵਰਕ ਤਾਂ ਕਰੋ, ਸਰਵੇ ਕਰਾ ਕੇ ਲੋਕਾਂ ਦੇ ਹਾਲਾਤ ਤਾਂ ਦੇਖੋ। ਐਕਟ ਦੇ ਅੰਦਰ ਹੀ ਅਗਰ ਮੈਂ ਤੁਹਾਡੀ ਕਰਾਂ ਕੈਪਟਨ ਸਾਹਿਬ, ਸਾਰੇ ਲੋਕਾਂ ਨੂੰ ਇਸ ਵਾਰ ਤੁਹਾਡੇ ਤੋਂ ਉਮੀਦ ਹੈ ਕਿਉਂਕਿ ਤੁਸੀਂ ਪੰਜਾਬ ਦੇ ਮੁਖੀ ਹੋ। ਅਗਰ ਮੈਂ ਇੰਡੀਆ ਦੇ ਮੁਖੀ ਦੀ ਗੱਲ ਕਰਾਂ ਤਾਂ PM ਮੋਦੀ ਸਾਹਿਬ ਸਾਡੇ ਇੰਡੀਆ ਦੇ, ਜਿਹਨੂੰ ਕਹਿ ਦਈਏ ਕਿ ਮੁਖੀ ਨੇ, ਸਾਡੇ ਸਾਰੇ ਫੈਸਲੇ ਲੈਣ ਦੇ ਹੱਕ ਰੱਖਦੇ ਨੇ, ਤੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਹੋ ਕਿਉਂਕਿ ਤੁਹਾਨੂੰ ਲੋਕਾਂ ਨੇ ਚੁਣਿਆ। ਇਹ ਤੁਹਾਡੇ ਲਈ ਵੀ ਇੱਕ ਬਹੁਤ ਜ਼ਰੂਰੀ ਰਿਕੁਐਸਟ ਕਹਿ ਲਓ, ਬੇਨਤੀ ਕਹਿ ਲਓ, ਮਿਹਨਤ ਕਹਿ ਲਓ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਲੋਕ ਇਸ ਬੋਝ ਦੇ ਥੱਲੇ, ਇਸ ਵਾਇਰਸ ਦੇ ਬੋਝ ਥੱਲੇ ਪਹਿਲੇ ਹੀ ਦਬ ਚੁੱਕੇ, ਅੱਗੇ ਨਾ ਦੱਬਣ, ਤਾਂ ਐਕਟ ਨੂੰ ਥੋੜਾ ਜਿਹਾ ਸੰਸ਼ੋਧਨ ਕਰੋ। ਹਾਈ ਕੋਰਟ ਦਾ ਰੁਖ ਕਰਨਾ ਚਾਹੁੰਦੇ ਹੋ, ਹਾਈ ਕੋਰਟ ਦਾ ਰੁਖ ਕਰ ਲਿਓ, ਵਿਕਲਪ ਤੁਹਾਡੇ ਕੋਲ ਸਾਰੇ ਨੇ, ਗਵਰਨਮੈਂਟ ਐਡਵੋਕੇਟਸ ਤੁਹਾਡੇ ਕੋਲ ਸਾਰੇ ਨੇ। ਨਹੀਂ ਕੋਈ ਐਡਵੋਕੇਟ ਮਿਲਦਾ, ਮੈਨੂੰ ਦੱਸ ਦਿਓ, ਮੈਂ ਫ੍ਰੀ ਆਫ ਕੋਸਟ, ਸਰਕਾਰ ਦੇ ਹਾਲਾਤ ਕਹਿੰਦਾ ਮੈਂ ਫ੍ਰੀ ਆਫ ਕੋਸਟ ਜਾ ਕੇ ਤੁਹਾਡਾ ਕੇਸ ਲੜਾਂਗਾ। ਬਟ ਐਟਲੀਸਟ ਕੁਛ ਤਾਂ ਅਪਰੋਚ ਕਰੋ, ਕੁਛ ਤਾਂ ਉਹਨਾਂ ਲੋਕਾਂ ਨੂੰ ਸਹੂਲਤ ਦਿਓ ਜਿਹੜੇ ਲੋਕ ਇਸ ਭਿਆਨਕ ਮਹਾਮਾਰੀ ਦੇ ਥੱਲੇ ਇਨਕਮ ਲੋਸ ਨੂੰ ਝੇਲ ਰਹੇ ਨੇ। ਸੋਸ਼ਲ ਡਿਸਟੈਂਸਿੰਗ ਗੱਲ ਕਰਾਂ, ਕਈ ਵੀਡੀਓ ਵਾਇਰਲ ਹੁੰਦੀਆਂ ਸਕੂਲ ਦੇ ਵਿੱਚ ਸੋਸ਼ਲ, ਜਿੱਦਾਂ ਹੁਣ ਕਈ ਸਰਕਾਰੀ ਸਕੂਲ ਵੀ ਇਹਨਾਂ ਨੇ ਚਲਾ ਦਿੱਤੇ ਨੇ, ਤੁਹਾਨੂੰ ਪਤਾ ਹੀ ਹੋਣਾ ਵਾ, ਇਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਨਹੀਂ, ਕਿਤਾਬਾਂ ਲੈਣ ਵਾਸਤੇ ਬੱਚਿਆਂ ਨੂੰ ਬੁਲਾਇਆ ਜਾਂਦਾ ਵਾ, ਕਿਤਾਬਾਂ ਲੈਣ ਵਾਸਤੇ ਬੱਚਿਆਂ ਨੂੰ ਬੁਲਾਉਂਦੇ ਚਲਦੇ ਹੋਏ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਿਆ ਜਾਂਦਾ। ਲੇਕਿਨ ਇਸ ਮਹਾਮਾਰੀ ਤੋਂ ਬਚਣ ਵਾਸਤੇ ਸਰਕਾਰਾਂ ਆਪ ਕਹਿੰਦੀਆਂ ਸੋਸ਼ਲ ਡਿਸਟੈਂਸਿੰਗ ਰੱਖੋ, ਲੇਕਿਨ ਬੱਚੇ ਦਾ ਰੱਬ ਰੂਪੀ ਹੁੰਦੇ ਨੇ, ਇਹਨਾਂ ਨੂੰ ਪਤਾ ਨਹੀਂ ਹੁੰਦਾ ਕੀ ਹੈ, ਕੀ ਕਰਨਾ ਕੀ ਨਹੀਂ ਕਰਨਾ। ਫੀਸਾਂ ਦੇ ਚਲਦੇ ਹੋਏ ਕਿਤਾਬਾਂ ਸਕੂਲ ਤੋਂ ਹੀ ਲੈਣੀਆਂ ਹੁਣ ਕੰਪਲਸਰੀ ਕਰ ਦਿੱਤੀਆਂ ਗਈਆਂ ਨੇ। ਕੀ ਹੈ, ਕੀ ਪਾਲਿਸੀ ਚੱਲ ਕੀ ਰਹੀ ਹੈ, ਤੇ ਹੁਣ ਕੀ ਮਤਲਬ ਕਾਲਾ ਬਾਜ਼ਾਰੀ ਕਹਿ ਸਕਦੇ ਹਾਂ ਆਪਾਂ? ਦੇਖੋ, ਆਨਰੇਬਲ ਕੋਰਟ ਦੇ ਫਿਰ ਇੱਥੇ ਕਿੱਥੇ ਗਿਆ ਐਕਟ, ਇੱਥੇ ਕਿੱਥੇ ਗਿਆ ਕਾਨੂੰਨ? ਜਦ ਮੈਂ ਐਕਟ ਦੀ ਗੱਲ ਕਰਾਂ ਤਾਂ ਕਿਤੇ ਵੀ ਲਿਖਿਆ ਹੋਇਆ ਵੀ ਸਕੂਲ ਵਾਲੇ ਫੋਰਸ ਨਹੀਂ ਕਰ ਸਕਦੇ ਕਿ ਤੁਸੀਂ ਇੱਥੋਂ ਬੁੱਕਸ ਲਓ, ਤੁਸੀਂ ਇੱਥੋਂ ਡਰੈਸਿਸ ਲਓ, ਤੁਸੀਂ ਇਹ ਚੀਜ਼ਾਂ ਕਰੋ। ਉੱਥੇ ਕਾਨੂੰਨ ਹੈ ਨਹੀਂ, ਉੱਥੇ ਗੱਲ ਖਤਮ ਉੱਥੇ। ਪਰ ਜਦੋਂ ਗੱਲ ਆਉਂਦੀ ਹੈ ਫੀਸਿਸ ਦੀ, ਤੁਹਾਡੇ ਸਾਹਮਣੇ ਆ ਸਾਰਾ ਕੁਝ। ਸਰਕਾਰ ਅਗਰ ਚਾਹੇ ਇਹਨਾਂ ਚੀਜ਼ਾਂ ਨੂੰ ਸਰਵੇ ਕਿਉਂ ਨਹੀਂ ਕਰਾ ਸਕਦੀ? ਸੋਸ਼ਲ ਡਿਸਟੈਂਸਿੰਗ ਦੀ ਤੁਸੀਂ ਗੱਲ ਕਰਦੇ ਹੋ, ਅਗਰ ਮੈਂ ਸਰਵੇ ਦੀ ਗੱਲ ਕਰਾਂ ਤਾਂ ਇਹ ਬਿਮਾਰੀ ਜਿਹੜੀ ਖੁਦ ਸਰਕਾਰ ਕਹਿੰਦੀ ਹੈ ਕਿ ਇਹ ਬਿਮਾਰੀ ਜਾਂ ਤਾਂ ਬੱਚਿਆਂ ਦੇ ਵਿੱਚ ਜਾਂ ਵੱਡੀ ਉਮਰ ਦੇ ਬੰਦਿਆਂ ਦੇ ਵਿੱਚ ਜ਼ਿਆਦਾ ਫੈਲਦੀ ਹੈ। ਉੱਥੇ ਫਿਰ ਸਕੂਲ ਡਿਸਟੈਂਸਿੰਗ ਤੁਸੀਂ ਮੈਨੂੰ ਦੱਸ ਰਹੇ ਹੋ, ਈਵਨ ਕਿ ਮੈਂ ਪਰਸਨਲੀ ਨਹੀਂ ਦੇਖਿਆ, ਬਟ ਅਗਰ ਤੁਹਾਡੇ ਕਹਿਣ ਦੇ ਮੁਤਾਬਿਕ ਮੈਂ ਦੇਖਾਂ ਤਾਂ ਸੋਸ਼ਲ ਡਿਸਟੈਂਸਿੰਗ ਅਗਰ ਬੱਚਿਆਂ ਦੇ ਵਿੱਚ ਨਹੀਂ ਬਣ ਰਹੀ ਤਾਂ ਫਿਰ ਤਾਂ ਮੇਰੇ ਖਿਆਲ ਨਾਲ ਜਿਹੜਾ ਉਹ ਸਕੂਲ ਜ਼ਿੰਮੇਦਾਰ ਆ ਉਹਦੇ ਤੇ ਮੈਂ ਅਟੈਂਪਟ ਟੂ ਮਰਡਰ ਕਹੂੰਗਾ, ਕਿਉਂਕਿ ਇਹ ਮਰਡਰ ਕਰਨ ਲਈ ਵੀ ਇੱਕ ਤਰ੍ਹਾਂ ਦਾ ਅਟੈਂਪਟ ਹੋਗਾ, ਕਿਉਂਕਿ ਜਿਹੜੀ ਮਹਾਮਾਰੀ ਆ ਪਤਾ ਨਹੀਂ ਕਿਹਦੀ ਜਾਨ ਲੈ ਲਵੇ। ਤਾਂ ਐਸਾ ਕੇਸ ਉਸ ਸਕੂਲ ਦੇ ਉੱਤੇ, ਉਸ ਟੀਚਰਸ ਦੇ ਉੱਤੇ, ਉਸ ਮੈਨੇਜਮੈਂਟ ਦੇ ਉੱਤੇ ਦਰਜ ਕਰਨਾ ਚਾਹੀਦਾ ਤਾਂ ਕਿ ਇੱਕ ਦਿਨ ਵੀ ਜੇਲ੍ਹ ਰਹਿ ਕੇ ਆਉਣ ਤਾਂ ਪਤਾ ਲੱਗੇ ਕਿਸੇ ਦੀ ਜ਼ਿੰਦਗੀ ਨਾਲ ਖੇਡਣਾ ਕੀ ਹੁੰਦਾ। ਤੁਹਾਨੂੰ ਕੀ ਲੱਗਦਾ ਹੈ ਸਿੱਖਿਆ ਮੰਤਰੀ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ 70% ਫੀਸਾਂ ਦਿੱਤੀਆਂ ਜਾਣਗੀਆਂ, ਜਿਹੜੀ ਪਹਿਲੇ ਜਿਹੜਾ ਫੈਸਲਾ ਸੀਗਾ ਕੀ ਹੋਇਆ, ਕੀ ਹੈ ਫੈਸਲਾ? ਪਹਿਲੇ ਵਾਲਾ ਫੈਸਲਾ ਬਦਲ ਕੇ ਇੱਕਦਮ ਹੀ 70% ਫੀਸਾਂ ਦੇ ਕਿੱਦਾਂ ਆ ਗਏ? ਕੋਈ ਤਾਂ ਫਿਰ ਉਹਨਾਂ ਨੂੰ ਹਾਈ ਕੋਰਟ ਦੇ ਜਿਹੜੇ ਆਨਰੇਬਲ ਹਾਈ ਕੋਰਟ ਦੇ ਜਿਹੜੇ ਆਰਡਰਸ ਨੇ ਉਹਨਾਂ ਨੂੰ ਵੀ ਉਹਨਾਂ ਨੇ ਫੋਲੋ ਕਰਨਾ ਹੈ, ਉਸ ਗੱਲ ਤੇ ਤਾਂ ਮੈਂ ਮੰਨਦਾ। ਬਟ ਘੁੰਮ ਫਿਰ ਕੇ ਗੱਲ ਉੱਥੇ ਹੀ ਆ ਜਾਂਦੀ ਹੈ, ਅਗਰ ਉਹਨਾਂ ਨੂੰ ਵਾਕਿਆ ਹੀ ਜਨਤਾ ਦੀ ਚਿੰਤਾ ਆ ਤਾਂ ਵਿਦ ਲੀਗਲੀ ਵੇ ਨਾਲ ਰਾਈਟ ਰੱਖਣ। ਇਹ ਨਹੀਂ ਹੈ ਸਵੇਰੇ ਉੱਠ ਕੇ ਆਪਾਂ ਬਿਆਨ ਜਾਰੀ ਕਰ ਦਈਏ, ਉਸ ਤੋਂ ਬਾਅਦ ਆਪਾਂ ਫਿਰ ਬਿਆਨ ਸੈੱਟ ਕਰ ਦਈਏ, ਫਿਰ ਆਪਾਂ ਆਪਣੀ ਮੀਡੀਆ ਅਕਾਊਂਟਸ ਦੇ ਵਿੱਚੋਂ ਬਿਆਨ ਡਿਲੀਟ ਹੀ ਕਰ ਦਈਏ। ਇਸ ਤਰ੍ਹਾਂ ਨਹੀਂ, ਇੱਕ ਪ੍ਰੋਪਰ ਤਰੀਕੇ ਨਾਲ ਅਗਰ ਤੁਸੀਂ ਵਾਕਈ ਚਾਹੁੰਦੇ ਹੋ ਕਿ ਜਨਤਾ ਨੂੰ ਤੁਸੀਂ ਇਸ ਸਹੂਲਤ ਦੇ ਵਿੱਚ ਕਰਨਾ ਹੈ ਤਾਂ ਇੱਕ ਕਾਨੂੰਨ ਦੇ ਜ਼ਰੀਏ, ਇੱਕ ਲੀਗਲ ਪ੍ਰੋਪਰ ਵੇ ਦੇ ਨਾਲ ਕੰਮ ਚਲਾਈਏ। ਜਿਸ ਤਰ੍ਹਾਂ ਵੀ ਕਾਨੂੰਨ ਕਹਿੰਦਾ ਆ ਐਕਟ ਦੇ ਵਿੱਚ ਕਰ ਸਕਦੇ ਹੋ, ਆਨਰੇਬਲ ਕੋਰਟ ਦਾ ਰੁਖ ਕਰ ਸਕਦੇ ਹੋ, ਇਸ ਤਰ੍ਹਾਂ ਦੇ ਵੇ ਨਾਲ ਸੌਟ ਆਊਟ ਕਰਨ, ਇਹ ਨਹੀਂ ਵੀ ਬਿਆਨ ਜਾਰੀ ਕਰਕੇ ਹੱਲ ਕਰਨ। ਗੱਲ ਕੀਤੀ ਜਾਵੇ ਲੋਕਡਾਊਨ ਤਾਂ ਕਾਫੀ ਸਮੇਂ ਰਹਿ ਵੀ ਸਕਦਾ, 31 ਮਈ ਤੱਕ ਦਾ ਟਾਈਮ ਹੈਗਾ। 31 ਮਈ ਤੱਕ ਕਹਿੰਦੇ 31 ਮਈ ਤੱਕ ਲੋਕਡਾਊਨ ਜਿਹੜਾ ਵਧਾਇਆ ਗਿਆ ਸੀਗਾ, ਬਾਕੀ ਹੁਣ ਸਰਕਾਰ ਉੱਤੇ ਡਿਪੈਂਡ ਕਰਦਾ ਲੋਕਡਾਊਨ ਕਿੱਥੇ ਤੱਕ ਵਧੇਗਾ। ਅਗਰ ਲੋਕਡਾਊਨ ਵੱਧਦਾ ਵੀ ਹੈਗਾ, ਬੱਚੇ ਜਿਹੜੇ ਹੈਗੇ ਨੇ ਕਿੰਨੀ ਦੇਰ ਕੌਣ ਕਲਾਸ ਪੜ੍ਹ ਲੈਣਗੇ ਬੱਚੇ? ਦੇਖੋ, ਆਨਲਾਈਨ ਦੀ ਗੱਲ ਤਾਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤੀ। ਇਹ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਏਗਾ ਕਿ ਇਹ ਜਿਹੜੀ ਬਿਮਾਰੀ ਹੈ ਇਹਦੇ ਲਈ ਸਾਨੂੰ ਸਭ ਨੂੰ ਮਿਲ ਕੇ ਲੜਨਾ ਪਏਗਾ।
ਬਟ ਇਸ ਬਿਮਾਰੀ ਦੇ ਵਿੱਚ ਜਿਹੜੀ ਸਟੱਡੀ ਆ ਰਹੀ ਆ, ਸਕੂਲਸ ਅਗਰ ਵਾਕਿਆ ਹੀ ਚਾਹੁੰਦੇ ਨੇ ਕਿ ਬੱਚਿਆਂ ਨੂੰ ਪੜ੍ਹਾਉਣਾ, ਜਾਂ ਤਾਂ ਤੁਸੀਂ ਲਾਈਵ ਕਲਾਸਿਸ ਲੈ ਲਓ, ਜਾਂ ਫਿਰ ਇਸ ਤਰ੍ਹਾਂ ਦਾ ਤੁਸੀਂ ਵਰਕ ਉਸ ਤਰ੍ਹਾਂ ਹੈਂਡਲ ਕਰਵਾਓ, ਜਾਂ ਸਰਕਾਰ ਵੀ ਅਗਰ ਚਾਹਵੇ ਤਾਂ ਇਸ ਤਰ੍ਹਾਂ ਦੀ ਅਰੇਂਜਮੈਂਟ ਕਰਵਾ ਦੇਵੇ ਕਿ ਸੋਸ਼ਲ ਡਿਸਟੈਂਸਿੰਗ ਦੇ ਵਿੱਚ ਬਿਠਾ ਕੇ ਬੱਚਿਆਂ ਨੂੰ ਪੜ੍ਹਾ ਦਿੱਤਾ ਜਾਵੇ ਜਾਂ ਕੁਝ ਕੀਤਾ ਜਾਵੇ। ਬਟ ਅਗਰ ਤੁਸੀਂ ਸੋਚਦੇ ਹੋ ਕਿ ਖਾਲੀ ਵਰਕ ਲਿਖ ਕੇ ਤੁਸੀਂ ਪੋਸਟ ਕਰ ਦਿਓ, ਮੈਂ ਹਾਲੇ ਵੀ ਕਹਿਣਾ ਅਤੇ ਅੱਗੇ ਵੀ ਕਹੂੰਗਾ ਕਿ ਇਸ ਤਰ੍ਹਾਂ ਕੁਝ ਵੀ ਨਹੀਂ ਹੋਣਾ। ਤੁਹਾਨੂੰ ਲੱਗਦਾ ਕਿ ਸਕੂਲ ਪ੍ਰਸ਼ਾਸਨ ਫੀਸਾਂ ਲੈ ਸਕਦਾ? ਅਗਰ ਮੈਂ ਆਨਰੇਬਲ ਹਾਈ ਕੋਰਟ ਦੀ ਗੱਲ ਕਰਾਂ ਤਾਂ ਹੁਣ ਕੋਈ ਸੋਲੂਸ਼ਨ ਹੀ ਹੈ ਨਹੀਂ। ਉਸ ਤੋਂ ਇਲਾਵਾ ਆਪਾਂ ਕੀ ਕਰ ਸਕਦੇ ਹਾਂ? ਅਗਰ ਆਨਰੇਬਲ ਹਾਈ ਕੋਰਟ ਨੇ ਇਹ ਆਰਡਰ ਦਿੱਤੇ ਨੇ ਕਿ ਹਾਂਜੀ ਇਸ ਤਰ੍ਹਾਂ ਕੀਤਾ ਜਾ ਸਕਦਾ ਵਾ, ਫਿਰ ਤਾਂ ਹੱਥ ਬੰਨੇ ਆ। ਇਹ ਸਨ ਸਾਡੇ ਨਾਲ ਗੌਰਵ ਅਰੋੜਾ ਐਡਵੋਕੇਟ, ਜਿਹਨਾਂ ਦੱਸਿਆ ਕਿ ਜਿਨ੍ਹਾਂ ਦੇ ਕਹਿਣ ਦੇ ਮੁਤਾਬਿਕ ਅਸੀਂ ਗੱਲ ਕਰ ਸਕਦੇ ਹਾਂ ਕਿ ਕੈਪਟਨ ਸਾਹਿਬ ਨੂੰ ਚਾਹੀਦਾ ਕਿ ਹਾਈ ਕੋਰਟ 'ਚ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜੇ ਪੇਰੈਂਟਸ ਹੈਗੇ ਨੇ ਉਹਨਾਂ ਦੀ ਫੀਸ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਜਿਹੜੀ ਆਨਲਾਈਨ ਕਲਾਸਾਂ ਦੀ ਗੱਲ ਗੌਰਵ ਅਰੋੜਾ ਜੀ ਨੇ ਕੀਤੀ ਹੈ ਕਿ ਆਨਲਾਈਨ ਕਲਾਸਾਂ ਨਾਲ ਬੱਚਿਆਂ ਦੀ ਜਿਹੜੀ ਅੱਖਾਂ 'ਤੇ ਸਟ੍ਰੈਸ ਪੈਂਦਾ ਵਾ, ਅਤੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਥੋੜ੍ਹਾ ਧਿਆਨ ਰੱਖਣ। ਬੱਚਿਆਂ ਦੇ ਜਦੋਂ ਫੋਨ ਦਿੱਤੇ ਜਾਂਦੇ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ ਕਿ ਬੱਚੇ ਪੜ੍ਹਾਈ ਦੇ ਵੱਲ ਧਿਆਨ ਦੇਣ ਜਾਂ ਗੇਮਾਂ ਵੱਲ ਨਾ ਲੱਗਣ। ਲੇਕਿਨ ਕਿਤੇ ਨਾ ਕਿਤੇ 2 ਮਹੀਨੇ ਜਿਹੜਾ ਕਰਫਿਊ ਰਿਹਾ ਸੀਗਾ, ਜਿਹਦੇ ਚਲਦੇ ਗੱਲ ਕੀਤੀ ਜਾਵੇ ਹਰ ਵਰਗ ਦਾ ਵਿਅਕਤੀ ਘਰਾਂ ਦੇ ਵਿੱਚ ਰਿਹਾ ਸੀਗਾ, ਜਿਹਨੂੰ ਰਾਸ਼ਨ ਤੱਕ ਦੇ ਲਾਲੇ ਪਏ ਹੋਏ ਸੀਗੇ। ਰਾਸ਼ਨ ਲੈਣ ਵਾਸਤੇ ਆਪਣੇ ਵਿਧਾਇਕ ਜਾਂ ਆਪਣੇ ਕੌਂਸਲਰ ਨਜ਼ਦੀਕੀਆਂ ਨਾਲ ਵੀ ਤਾਲਮੇਲ ਕਰਦਾ ਸੀਗਾ ਕਿ ਸਾਨੂੰ ਰਾਸ਼ਨ ਤੱਕ ਮੁਹੱਈਆ ਕਰਾਇਆ ਜਾਵੇ। ਲੇਕਿਨ ਸਰਕਾਰ ਨੂੰ ਕਿਤੇ ਨਾ ਕਿਤੇ ਚਾਹੀਦਾ ਕਿ ਇੱਦਾਂ ਦੇ ਹਾਲਾਤਾਂ ਦੇ ਵਿੱਚ ਉਹ ਸਾਰੇ 2 ਮਹੀਨੇ ਦੀ ਜਿਹੜੀ ਵੀ ਫੀਸ ਹੁੰਦੀ ਹੈ, ਜਿੰਨੀ ਤੱਕ ਲੋਕਡਾਊਨ ਚੱਲੇਗਾ, ਉਹਨਾਂ ਤੱਕ ਦੀ ਮਾफ़ ਕਰਨੀ ਚਾਹੀਦੀ, ਤਾਂ ਕਿ ਮਿਡਲ ਕਲਾਸ ਦੀ ਗੱਲ ਕਰਾਂ ਜਾਂ ਪੂਅਰ ਕਲਾਸ ਫੈਮਿਲੀ ਦੀ ਗੱਲ ਕਰਾਂ, ਉਹ ਇਸ ਮੁਸੀਬਤ, ਦੁੱਖ ਦੀ ਮੁਸੀਬਤ ਵਿੱਚ ਸਰਕਾਰਾਂ ਨੂੰ ਯਾਦ ਕਰ ਸਕਣ, ਕਿ ਸਰਕਾਰਾਂ ਨੂੰ ਕਹਿਣ ਕਿ ਹਾਂ ਵੀ ਇਹ ਸਰਕਾਰਾਂ ਉਹ ਸਰਕਾਰਾਂ ਨੇ ਜਿਨ੍ਹਾਂ ਨੇ ਸਾਡੀ ਦੁੱਖ ਦੇ ਵਿੱਚ ਬਾਂਹ ਫੜੀ ਸੀਗੀ। ਵਿਜੇ ਇੰਦਰ ਸਿੰਗਲਾ ਜੀ ਸਿੱਖਿਆ ਮੰਤਰੀ ਜੋ ਵੀ ਗੌਰਵ ਅਰੋੜਾ ਜੀ ਨੇ ਇੱਕ ਹਦਾਇਤ ਦਿੱਤੀ ਹੈ ਕਿ ਵਿਜੇ ਇੰਦਰ ਸਿੰਗਲਾ ਜੀ, ਤੁਹਾਡਾ ਜਿਹੜਾ ਐਕਟ ਹੈਗਾ ਉਹਦੇ ਵਿੱਚ ਵੀ ਫੇਰਬਦਲ ਕੀਤਾ ਜਾ ਸਕਦਾ ਵੈ। ਅਗਰ ਤੁਹਾਡੇ ਕੋਲ ਕੋਈ ਵਕੀਲ ਨਹੀਂ ਹੈਗਾ ਤਾਂ ਮੈਂ ਫ੍ਰੀ ਆਫ ਕੋਸਟ ਸਰਕਾਰ ਦਾ ਵਕੀਲ ਬਣ ਕੇ ਕੇਸ ਲੜੂੰਗਾ। ਅਗਰ ਫੇਰਬਦਲ ਹੁੰਦੀ ਹੈ ਤਾਂ ਮੈਂ ਉਹ ਮਾਪਿਆਂ ਤੱਕ ਵੀ ਹੈਲਪ ਕਰਨੀ ਉੱਚੀ ਸਮਝਦਾ ਜਿਹੜੇ ਮਾਪੇ ਫੀਸ ਨਹੀਂ ਦੇ ਸਕਦੇ। ਹੁਣ ਦੇਖਦੇ ਹਾਂ ਸਰਕਾਰ ਇਸ ਸਕੂਲ ਦੀ ਫੀਸਾਂ ਦੇ ਉੱਤੇ ਕੋਈ ਸੰਗਿਆਨ ਲੈਂਦੀ ਹੈ ਕਿ ਨਹੀਂ ਲੈਂਦੀ, ਜਾਂ ਉਹ ਸਕੂਲ ਪ੍ਰਬੰਧਕ ਫੀਸਾਂ ਵਿੱਚ ਕਟੌਤੀ ਕਰਦੇ ਆ ਕਿ ਨਹੀਂ ਕਰਦੇ ਆ, ਇਹ ਤਾਂ ਸਮਾਂ ਹੀ ਦੱਸ ਸਕਦਾ ਵਾ। ਲੇਕਿਨ ਸਾਡਾ ਤਾਂ ਉਦੇਸ਼ ਹੈਗਾ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਦੀ ਕਿ ਜਿਹੜੇ ਲੋਕ ਹੈਗੇ ਦਬੇ ਕੁਚਲੇ ਲੋਕ ਨੇ, ਉਹਨਾਂ ਵਿੱਚੋਂ ਮੈਂ ਵੀ ਆਉਂਦਾ ਵਾਂ, ਮੇਰਾ ਸਹਿਯੋਗੀ ਵੀ ਆਉਂਦਾ, ਗੌਰਵ ਜੀ ਆਉਂਦੇ ਹੋਣਗੇ। ਚਾਹੀਦਾ ਕਿ ਕਟੌਤੀ ਜ਼ਰੂਰ ਕਰਨੀ ਚਾਹੀਦੀ ਫੀਸਾਂ ਦੇ ਵਿੱਚ, ਕਿਉਂਕਿ ਇੰਨਾ ਸਮੇਂ ਘਰਾਂ 'ਚ ਬੈਠੇ ਹੋ ਗਿਆ ਵਾ। ਲੇਕਿਨ ਕਿਤੇ ਨਾ ਕਿਤੇ ਸਾਧਨ ਜਿਹੜਾ ਹੈਗਾ ਪੈਸੇ ਦਾ ਸਰਕੂਲਰ ਜਿਹੜਾ ਹੈਗਾ ਚੱਲ ਸਕੇ, ਉਸ ਤੋਂ ਬਾਅਦ ਜਿਹੜੀ ਫੀਸ ਹੈਗੀ ਦਿੱਤੀ ਜਾ ਸਕਦੀ ਹੈ। ਲੁਧਿਆਣਾ ਤੋਂ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਸਪੋਕਸਮੈਨ TV।